प्यारे बच्चों, सब तो पहला ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇਹ ਲੈਸਨ ਉਹਨਾਂ ਵਿਦਿਆਰਥੀਆਂ ਵਾਸਤੇ ਹੈ ਜਿਹੜੇ ਹੁਣੇ-ਹੁਣੇ 5ਵੀਂ ਕਲਾਸ ਨੂੰ ਪਾਸ ਕਰਕੇ 6ਵੀਂ ਕਲਾਸ ਦੇ ਵਿੱਚ ਦਾਖਲ ਹੋ ਚੁੱਕੇ ਨੇ। ਪ੍ਰਾਇਮਰੀ ਸਕੂਲ ਵਿੱਚ ਆਪਣੀ ਪੜ੍ਹਾਈ 5 ਸਾਲ ਪੂਰੀ ਕਰਨ ਤੋਂ ਬਾਅਦ ਤੁਹਾਡੇ ਵਿੱਚੋਂ ਕੁਝ ਬੱਚੇ ਆਪਣੇ ਪਿੰਡ ਦੇ ਮਿਡਲ ਸਕੂਲ ਵਿੱਚ, ਕੁਝ ਹਾਈ ਸਕੂਲ ਵਿੱਚ ਤੇ ਕੁਝ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦਾਖਲ ਹੋਏ ਹੋਣਗੇ। ਮੈਨੂੰ ਪਤਾ ਹੈ ਕਿ ਨਵੇਂ ਸਕੂਲ, ਨਵੇਂ ਸਾਥੀ, ਨਵੀਆਂ ਕਲਾਸਾਂ ਤੇ ਨਵੀਆਂ ਕਿਤਾਬਾਂ, ਨਵੇਂ ਸਿਲੇਬਸ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਹੋ। ਅੱਜ ਦੀ ਇਹ ਵੀਡੀਓ ਗਣਿਤ ਵਿਸ਼ੇ ਦੇ ਨਾਲ ਸੰਬੰਧਿਤ ਹੈ। ਗਣਿਤ ਵਿਸ਼ੇ ਦੇ ਵਿੱਚ ਜੋ ਚੀਜ਼ਾਂ ਤੁਸੀਂ ਪਹਿਲਾਂ 5ਵੀਂ ਤੱਕ ਸਿੱਖ ਕੇ ਆਏ ਹੋ, ਆਪਾਂ ਉਹਨਾਂ ਦੀ ਥੋੜੀ ਜਿਹੀ ਦੁਹਰਾਈ ਕਰਾਂਗੇ। ਬੇਸਿਕ ਆਪਰੇਸ਼ਨਸ, ਮੌਲਿਕ ਕਿਰਿਆਵਾਂ ਜਿਹੜੀਆਂ ਤੁਸੀਂ ਜਮ੍ਹਾਂ, ਘਟਾਓ, ਗੁਣਾ, ਭਾਗ 5ਵੀਂ ਤੱਕ ਸਿੱਖ ਕੇ ਆਏ ਹੋ, ਉਹਨਾਂ ਦੇ ਨਾਲ ਹੀ ਸੰਬੰਧਿਤ ਕੁਝ ਸਵਾਲ ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਅੱਜ ਇਸ ਲੈਸਨ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਉਹਨਾਂ ਨੂੰ ਸਮਝਾਂਗੇ ਤੇ ਹੱਲ ਕਰਾਂਗੇ। ਤੁਸੀਂ ਬੜੇ ਧਿਆਨ ਦੇ ਨਾਲ ਇਹ ਸਾਰੇ ਸਵਾਲਾਂ ਨੂੰ ਸਮਝਣਾ ਹੈ, ਕਰਨਾ ਹੈ, ਹੱਲ ਵੀ ਕਰਨਾ ਹੈ, ਆਪਣੀ ਨੋਟਬੁੱਕ ਦੇ ਵਿੱਚ ਨੋਟ ਵੀ ਕਰਨਾ ਹੈ। ਠੀਕ ਹੈ ਵਿਦਿਆਰਥੀਓ? ਤੋ ਇਹਦੇ ਵਿੱਚ ਸਾਡੇ ਕੋਲ ਅੱਜ ਅਸੀਂ ਮੌਲਿਕ ਕਿਰਿਆਵਾਂ, ਬੇਸਿਕ ਆਪਰੇਸ਼ਨਸ ਦੀ ਪਹਿਲੀ ਜਿਹੜੀ ਵਰਕਸ਼ੀਟ ਹੈ ਉਹਦੇ ਸਵਾਲ ਆਪਾਂ ਇਸ ਲੈਸਨ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਵਿਦਿਆਰਥੀਓ, ਵਰਕਸ਼ੀਟ ਪਹਿਲੀ ਦੇ ਵਿੱਚ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾ ਸਵਾਲ ਸਾਡੇ ਕੋਲ ਕੀ ਹੈ। ਸੋ ਵਿਦਿਆਰਥੀਓ, ਵਰਕਸ਼ੀਟ 1 ਦਾ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਡੇ ਕੋਲ ਹੈ ਉਹ ਹੈ ਦੀਪਕ ਕੋਲ 4567 ਰੁਪਏ ਹਨ। ਇਹਨਾਂ ਵਿੱਚੋਂ ਕੁਝ 1000 ਦੇ, ਕੁਝ 100 ਦੇ, ਕੁਝ 10 ਦੇ ਅਤੇ ਬਾਕੀ 1 ਰੁਪਏ ਦੇ ਨੋਟ ਹਨ। ਦੱਸੋ ਉਸ ਕੋਲ ਇਹ ਅਲੱਗ-ਅਲੱਗ ਨੋਟ ਕਿੰਨੇ ਹਨ। ਠੀਕ ਹੈ ਜੀ। ਸਵਾਲ ਦੇ ਵਿੱਚ ਬੱਚਿਓ ਸਾਨੂੰ ਪੁੱਛਿਆ ਗਿਆ ਹੈ ਕਿ ਦੀਪਕ ਦੇ ਕੋਲ 4567 ਰੁਪਏ ਜਾਂ 4567 ਰੁਪਏ ਹਨ, ਤਾਂ ਉਹ ਜਿਹੜੇ ਰੁਪਏ ਹਨ ਉਹ ਕੁਛ ਨਾ ਕੁਛ ਉਹਦੇ ਕੋਲ ਨੋਟ ਹੋਣਗੇ ਅਲੱਗ-ਅਲੱਗ ਕਰੰਸੀ ਦੇ। ਅਸੀਂ ਇਹ ਪਤਾ ਕਰਨਾ ਹੈ ਕਿ ਇਹਦੇ ਵਿੱਚ 1000 ਦੇ ਨੋਟ ਉਹਦੇ ਕੋਲ ਕਿੰਨੇ ਹੋ ਸਕਦੇ ਆ, 100 ਦੇ ਨੋਟ ਕਿੰਨੇ ਹੋ ਸਕਦੇ ਆ, 10 ਦੇ ਕਿੰਨੇ ਤੇ ਬਾਕੀ 1-1 ਰੁਪਏ ਦੇ ਕਿੰਨੇ ਨੋਟ ਹੋ ਸਕਦੇ ਨੇ। ਇਹ ਸਾਰੀ ਚੀਜ਼ ਆਪਾਂ ਇਸ ਸਵਾਲ ਦੇ ਵਿੱਚ ਕੈਲਕੂਲੇਟ ਕਰਨੀ ਹੈ। ਇਹਨੂੰ ਕਿਵੇਂ ਕਰਾਂਗੇ ਆਓ ਅਸੀਂ ਦੇਖਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਦੀਪਕ ਕੋਲ ਜਿੰਨੀ ਰਾਸ਼ੀ ਹੈ ਬਰਾਬਰ 4567 ਰੁਪਏ, 4567 ਰੁਪਏ। ਠੀਕ ਹੈ, ਹੁਣ ਬੱਚਿਓ ਇਹ ਜਿਹੜਾ 4567 ਹੈ ਇਹਨੂੰ ਅਸੀਂ ਵਿਸਥਾਰ ਰੂਪ ਦੇ ਵਿੱਚ ਤੋੜ ਕੇ ਲਿਖ ਲੈਣਾ ਹੈ। 4567 ਜਾਂ 4567 ਨੂੰ ਅਸੀਂ ਲਿਖਾਂਗੇ 4000 ਜਮਾ 500 ਜਮਾ 60 ਜਮਾ 7। ਠੀਕ ਹੈ ਵਿਦਿਆਰਥੀਓ, 4000 ਇਹਦੇ ਵਿੱਚ ਸਭ ਤੋਂ ਵੱਡੀ ਸਾਡੇ ਕੋਲ ਸੰਖਿਆ ਸੀ, ਇਕਾਈ, ਦਹਾਈ, ਸੈਂਕੜਾ, ਹਜ਼ਾਰ। 4000 ਉਸ ਤੋਂ ਬਾਅਦ 500। ਠੀਕ ਹੈ, 67 ਨੂੰ ਅਸੀਂ ਲਿਖ ਸਕਦੇ ਸੀ 60 ਜਮਾ 7। ਸੋ ਪੂਰੀ ਸੰਖਿਆ ਨੂੰ ਅਸੀਂ ਵਿਸਥਾਰ ਰੂਪ ਵਿੱਚ ਲਿਖ ਲਿਆ ਹੈ। ਹੁਣ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ 4000 ਹੈ ਇਹਨੂੰ ਅਸੀਂ ਅੱਗੇ ਲਿਖ ਸਕਦੇ ਹਾਂ 4 ਗੁਣਾ 1000 ਔਰ ਜਿਹੜਾ 500 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 5 ਗੁਣਾ 100 ਔਰ ਜਿਹੜਾ 60 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 6 ਗੁਣਾ 10 ਔਰ ਜਿਹੜਾ 7 ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 7 ਗੁਣਾ 1। ਠੀਕ ਹੈ ਵਿਦਿਆਰਥੀਓ, 4 ਨੂੰ ਜਦੋਂ 1000 ਨਾਲ ਗੁਣਾ ਕਰਾਂਗੇ ਸਾਡੇ ਕੋਲ 4000 ਹੀ ਬਣ ਜਾਏਗਾ, 5 ਨੂੰ 100 ਨਾਲ ਗੁਣਾ ਕਰਾਂਗੇ ਸਾਡੇ ਕੋਲ 500 ਹੀ ਪ੍ਰਾਪਤ ਹੁੰਦਾ ਹੈ, 6 ਨੂੰ 10 ਨਾਲ ਗੁਣਾ ਕਰਨ ਤੇ ਸਾਡੇ ਕੋਲ 60 ਪ੍ਰਾਪਤ ਹੋਏਗਾ ਔਰ 7 ਨੂੰ 1 ਨਾਲ 7 ਜਿਹੜਾ ਸਾਡੇ ਕੋਲ ਪ੍ਰਾਪਤ ਹੋਏਗਾ। ਤਾਂ ਇਹਦੇ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੀਪਕ ਦੇ ਕੋਲ 1000 ਦੇ ਨੋਟਾਂ ਦੀ ਗਿਣਤੀ ਕਿੰਨੀ ਹੈ? 4। ਬਿਲਕੁਲ ਸਹੀ। 100 ਦੇ ਨੋਟਾਂ ਦੀ ਗਿਣਤੀ 5, 10 ਦੇ ਨੋਟਾਂ ਦੀ ਗਿਣਤੀ 6 ਅਤੇ 1-1 ਦੇ ਨੋਟਾਂ ਦੀ ਗਿਣਤੀ 7 ਉਹਦੇ ਕੋਲ ਹੋ ਸਕਦੀ ਹੈ। ਇਹ ਸਾਰਾ ਅਸੀਂ ਇੱਥੇ ਹੁਣ ਲਿਖ ਲਵਾਂਗੇ। 1000 ਦੇ ਨੋਟਾਂ ਦੀ ਗਿਣਤੀ ਇਹ ਸਾਡੇ ਕੋਲ ਹੈ 4। ਇਸ ਤੋਂ ਬਾਅਦ 100 ਦੇ ਨੋਟਾਂ ਦੀ ਗਿਣਤੀ ਇਹ ਸਾਡੇ ਕੋਲ ਹੈ 5। 10 ਦੇ ਨੋਟਾਂ ਦੀ ਗਿਣਤੀ
ਇਹ ਸਾਡੇ ਕੋਲ ਹੈ 6। ਇਸ ਤੋਂ ਬਾਅਦ ਦੀਪਕ ਕੋਲ 1 ਰੁਪਏ ਦੇ ਨੋਟਾਂ ਦੀ ਗਿਣਤੀ 1 ਰੁਪਏ ਦੇ बराबर 7। ठीक है विद्यार्थियों। इस तरह विद्यार्थियों असीं देखिया कि जेकर दीपक को 4567 रुपए हैं तो उहदे कोल 1000 दे 4 नोट हो सकते हैं, 100 दे 5 नोट हो सकते हैं, 10 दे 6 नोट ਅਤੇ 1 ਦੇ 7 ਨੋਟ ਹੋ ਸਕਦੇ ਹਨ। ਵਿਦਿਆਰਥੀਓ ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਕਿ ਤੁਹਾਡੇ ਹਿਸਾਬ ਨਾਲ ਪ੍ਰਸ਼ਨ ਨੰਬਰ 1 ਦੇ ਹੋਰ ਵੀ ਉੱਤਰ ਹੋ ਸਕਦੇ ਹਨ। ਉਦਾਹਰਨ ਦੇ ਕੇ ਸਪਸ਼ਟ ਕਰੋ ਕਿ ਇਹ ਜ਼ਰੂਰੀ ਹੈ ਕਿ ਜੇ ਦੀਪਕ ਕੋ 4567 ਰੁਪਏ ਹੈ ਤਾਂ ਕਿ ਇਹ ਜ਼ਰੂਰੀ ਹੈ ਕਿ ਉਹਦੇ ਕੋਲ ਜੋ ਗਿਣਤੀ ਅਸੀਂ ਨੋਟਾਂ ਦੀ ਇਹ ਵਾਲੀ ਇੱਥੇ ਪਤਾ ਕੀਤੀ ਹੈ ਉਹੀ ਹੋ ਸਕਦੀ ਹੈ, ਇਸ ਤੋਂ ਅਲੱਗ ਨਹੀਂ ਹੋ ਸਕਦੀ। बिल्कुल विद्यार्थियों, इस सवाल का उत्तर इस दे नालों अलग भी हो सकता है, इसका उत्तर होर भी हो सकता है। उदाहरण के तौर पर आपां देखते हैं। सब तो पहला जिवें साडे कोल 4567 रुपए सीगे, इस नूं असीं लिखिया सी 4000 जमा 500 जमा 60 ते जमा 7। ठीक है। जेकर 4000 नूं मैं इवें लिखदा 3000 जमा 1000 जमा 500 जमा 60 ते जमा 7, तो ये जिहड़ा 1000 है इनू मैं 500 दे नाल जोड़ दियां तां मेरे कोल 3000 जमा 1500 जमा 60 ते जमा 7। हुण अगर इहदे च इनू मैं फिर विस्तार दे विच अगे तोड़ां तां 1000 नूं 3 दे नाल गुणा कीता जावेगा और 15 ते गुणा 100 हो जाएगा, जमा 6 गुणा 10 हो जाएगा तो जमा 7 गुणा 1 हो जाएगा। विद्यार्थियों इसका की भाव है? इसका ये भाव है कि अगर इस तरह असीं ब्रेक करते हैं तोड़ते हैं तो ये तो सानू ये लगता है कि हो सकता है दीपक दे कोल 1000 दे 3 नोट होण, 100 दे 15 नोट होण, 10 ਦੇ 6 ਅਤੇ 1 ਦੇ 7 ਨੋਟ ਹੋਣ। ਠੀਕ ਹੈ। तो पहले केस ਦੇ ਵਿੱਚ 1000 ਦੇ ਨੋਟਾਂ ਦੀ ਗਿਣਤੀ ਸਾਡੇ ਕੋਲ 4 ਸੀ ਪਰ 100 ਦੇ ਨੋਟਾਂ ਦੀ ਗਿਣਤੀ ਅਸੀਂ 5 ਮੰਨੀ ਸੀ। ਹੁਣ ਇਹਦੇ ਵਿੱਚ ਅਸੀਂ 1000 ਦੇ ਨੋਟਾਂ ਦੀ ਗਿਣਤੀ ਉਹ 3 ਲੈ ਸਕਦੇ ਹਾਂ ਤੇ 100 ਦੇ ਨੋਟਾਂ ਦੀ ਗਿਣਤੀ 15 ਲੈ ਸਕਦੇ ਹਾਂ। ਠੀਕ ਹੈ। तो ਇਸੇ ਢੰਗ ਦੇ ਨਾਲ ਅਸੀਂ ਅਗਰ ਇੱਥੇ 3000 ਨੂੰ ਆਪਾਂ 4000 ਨੂੰ 3000 ਜਮਾ 4 1000 ਦੇ ਵਿੱਚ ਤੋੜਿਆ ਸੀ, ਅਸੀਂ ਇਹਨੂੰ 2000 ਜਮਾ 2000 ਦੇ ਵਿੱਚ ਵੀ ਤੋੜ ਸਕਦੇ ਸੀ। ਠੀਕ ਹੈ। ਹੋ ਸਕਦਾ ਸੀ ਕਿ ਉਹਦੇ ਕੋਲ 1000 ਦਾ ਕੋਈ ਵੀ ਨੋਟ ਨਾ ਹੋਵੇ। ਇਹ ਸਾਰਾ ਹੀ ਇਹਨੂੰ ਅਸੀਂ 4500 ਲਿਖ ਲਈਏ ਪੂਰੇ ਨੂੰ। ਠੀਕ ਹੈ ਨਾ। ਇਹਨੂੰ ਅਸੀਂ ਲਿਖ ਸਕਦੇ ਹਾਂ 4500 ਜਮਾ 60 ਜਮਾ 7 ਭਾਵ 45 ਗੁਣਾ 100 ਜਮਾ 60 ਤੇ ਜਮਾ 7। ਠੀਕ ਹੈ ਨਾ ਵਿਦਿਆਰਥੀਓ। ਇਸ ਕੇਸ ਦੇ ਵਿੱਚ ਇਸ ਹਾਲਤ ਦੇ ਵਿੱਚ ਦੀਪਕ ਦੇ ਕੋਲ ਜਿਹੜੇ 100 ਦੇ ਨੋਟਾਂ ਦੀ ਗਿਣਤੀ 45 ਹੋ ਜਾਏਗੀ, 10 ਦੇ ਨੋਟਾਂ ਦੀ ਗਿਣਤੀ 6 ਅਤੇ 7 ਦੇ 1 ਦੇ ਨੋਟਾਂ ਦੀ ਗਿਣਤੀ 7 ਹੋ ਜਾਏਗੀ। ਸੋ ਅਸੀਂ ਦੇਖਿਆ ਕਿ ਜ਼ਰੂਰੀ ਨਹੀਂ ਹੈ ਕਿ ਜੋ ਪਹਿਲੇ ਸਵਾਲ ਦੇ ਵਿੱਚ ਅਸੀਂ ਉੱਤਰ ਪਹਿਲੇ ਹੱਲ ਦੇ ਵਿੱਚ ਆਪਾਂ ਕੱਢਿਆ ਸੀ ਉਹ ਹੀ ਹੋਵੇ। ਇਸ ਸਵਾਲ ਦੇ ਉੱਤਰ ਇਸ ਤੋਂ ਅਲੱਗ ਵੀ ਹੋ ਸਕਦੇ ਨੇ। ਠੀਕ ਹੈ ਵਿਦਿਆਰਥੀਓ। ਸੋ ਅਸੀਂ ਲਿਖ ਸਕਦੇ ਹਾਂ ਪ੍ਰਸ਼ਨ ਨੰਬਰ 1 ਦੇ ਹੋਰ ਵੀ ਉੱਤਰ ਹੋ ਸਕਦੇ ਹਨ। ਹਾਂ ਪ੍ਰਸ਼ਨ ਨੰਬਰ 1 ਦੇ ਹੋਰ ਵੀ ਉੱਤਰ ਹੋ ਸਕਦੇ ਹਨ। ਜਿਵੇਂ ਕਿ 1000 ਦੇ ਨੋਟਾਂ ਦੀ ਗਿਣਤੀ बराबर 3, 100 ਦੇ ਨੋਟਾਂ ਦੀ ਗਿਣਤੀ बराबर 15, 10 ਦੇ ਨੋਟਾਂ ਦੀ ਗਿਣਤੀ बराबर 6 और 1 रुपए ਦੇ ਨੋਟਾਂ ਦੀ ਗਿਣਤੀ बराबर 7। ठीक है। तो 1000 ਦੇ 3 ਨੋਟ अगर ਸਾਡੇ ਕੋਲ ਹੋਣਗੇ ਤਾਂ ਉਹ 3000 रुपया हो जाएगा। ठीक है। 100 ਦੇ 15 ਨੋਟ ਹੋਣਗੇ ਤਾਂ ਉਹ ਸਾਡੇ ਕੋਲ 1500 रुपया हो जाएगा।
10 ਦੇ 6 ਨੋਟ ਹੋਣਗੇ ਤਾਂ ਉਹ ਸਾਡੇ ਕੋਲ 60 ਰੁਪਏ ਹੋ ਜਾਣਗੇ ਔਰ ਇੱਕ ਇੱਕ ਦੇ 7 ਨੋਟ ਭਾਵ 70 ਰੁਪਏ। ਤਾਂ ਇਹਨਾਂ ਨੂੰ ਜਦੋਂ ਅਸੀਂ ਜੋੜਾਂਗੇ ਤਾਂ ਇਹ ਸਾਡੇ ਕੋਲ 4567 ਭਾਵ 4567 ਰੁਪਏ ਹੀ ਬਣਨਗੇ। ਠੀਕ ਹੈ, ਤਾਂ ਇਸੇ ਤਰ੍ਹਾਂ ਵਿਦਿਆਰਥੀਓ ਇਸ ਤੋਂ ਇਲਾਵਾ ਇਸ ਤੇ ਹੋਰ ਵੀ ਕਈ ਉੱਤਰ ਇਸ ਸਵਾਲ ਦੇ ਹੋ ਸਕਦੇ ਹਨ। ਠੀਕ ਹੈ ਵਿਦਿਆਰਥੀਓ, ਸੋ ਵਿਦਿਆਰਥੀਓ ਆਓ ਪਹਿਲੇ ਸਵਾਲ ਨੂੰ ਹੱਲ ਕਰਨ ਤੋਂ ਬਾਅਦ ਹੁਣ ਅਸੀਂ ਇਸ ਵਰਕਸ਼ੀਟ ਦਾ ਦੂਜਾ ਸਵਾਲ ਜਿਹੜਾ ਹੈ ਉਹ ਦੇਖਦੇ ਹਾਂ। ਦੂਜੇ ਸਵਾਲ ਵਿੱਚ ਸਾਨੂੰ ਇੱਕ ਟੇਬਲ ਦਿੱਤਾ ਗਿਆ ਹੈ ਜਿਹਦੇ ਵਿੱਚ ਅਲੱਗ-ਅਲੱਗ ਅੰਕ ਜਿਹੜੇ ਉਹ ਸਾਨੂੰ ਦਰਸਾਏ ਗਏ ਹਨ। ਉਹਨਾਂ ਅੰਕਾਂ ਦੇ ਸਥਾਨਾਂ ਨੂੰ ਦੇਖਦਿਆਂ ਹੋਇਆਂ ਅਸੀਂ ਉਹਨਾਂ ਤੋਂ ਸੰਖਿਆਵਾਂ ਬਣਾਉਣੀਆਂ ਨੇ ਜਾਂ ਸਾਨੂੰ ਕੁਝ ਸੰਖਿਆਵਾਂ ਦਿੱਤੀਆਂ ਗਈਆਂ ਨੇ ਉਹਦੇ ਤੋਂ ਅਸੀਂ ਅੰਕਾਂ ਦੇ ਸਥਾਨਾਂ ਦਾ ਅੰਦਾਜ਼ਾ ਜਿਹੜਾ ਹੈ ਉਹ ਲਗਾਉਣਾ ਹੈ, ਅੰਕਾਂ ਦੇ ਸਥਾਨਾਂ ਨੂੰ ਦਰਸਾਉਣਾ ਹੈ। ਠੀਕ ਹੈ ਵਿਦਿਆਰਥੀਓ, ਤਾਂ ਪ੍ਰਸ਼ਨ 2 ਸੰਖਿਆਵਾਂ ਬਣਾਓ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਬਾਕਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਸਾਡੇ ਕੋਲ ਰੋ ਹੈ ਇਹਦੇ ਵਿੱਚ ਲੱਖ, 10,000, ਹਜ਼ਾਰ, ਸੈਂਕੜਾ, ਦਹਾਈ ਅਤੇ ਇਕਾਈ ਤੱਕ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਆਖਰੀ ਕਾਲਮ ਜਿਹੜਾ ਸਾਡੇ ਕੋਲ ਉਹ ਸੰਖਿਆਵਾਂ ਦਾ ਹੈ। ਔਰ ਇਸੇ ਤਰ੍ਹਾਂ 5ਵਾਂ 6ਵਾਂ 7ਵਾਂ ਜਿਹੜਾ ਸਵਾਲ ਹੈ ਉਹ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਸਾਨੂੰ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਅਸੀਂ ਸੰਖਿਆਵਾਂ ਦੇ ਵਿੱਚ ਵਰਤੇ ਗਏ ਜਿਹੜੇ ਅੰਕ ਨੇ ਉਹਨਾਂ ਦੇ ਸਥਾਨਾਂ ਦੇ ਉੱਤੇ ਉਹਨਾਂ ਨੂੰ ਲਿਖਣਾ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਪਹਿਲਾ ਸਵਾਲ ਦੇਖਦੇ ਹਾਂ ਵਿਦਿਆਰਥੀਓ। ਤੁਸੀਂ ਮੇਰੇ ਨਾਲ ਇਹ ਸਾਰੇ ਸਵਾਲ ਜਿਹੜੇ ਆ ਉਹ ਹੱਲ ਕਰਨੇ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਲੱਖ ਸਾਡੇ ਕੋਲ 5 ਹੈ, 10,000 ਦੇ ਕਾਲਮ ਵਿੱਚ ਸਾਡੇ ਕੋਲ ਵੀ 5 ਹੈ, ਹਜ਼ਾਰ ਵਿੱਚ 1 ਹੈ, ਸੈਂਕੜਾ 7 ਹੈ, ਦਹਾਈ 0 ਹੈ, ਇਕਾਈ 3 ਹੈ। ਤਾਂ ਸਾਨੂੰ ਪਤਾ ਹੈ ਜਦੋਂ ਵੀ ਅਸੀਂ ਕੋਈ ਵੀ ਸੰਖਿਆ ਲਿਖੀ ਹੋਵੇ ਤਾਂ ਉਹਦੇ 'ਚ ਹਮੇਸ਼ਾ ਅਸੀਂ ਇਵੇਂ ਉਹਦੇ ਸਥਾਨ ਪਤਾ ਕਰਦੇ ਹਾਂ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, 10,000, ਲੱਖ। ਠੀਕ ਹੈ ਵਿਦਿਆਰਥੀਓ, ਤਾਂ ਇਹ ਜਿਹੜੀਆਂ ਸੰਖਿਆ ਇਹ ਅੰਕ ਜਿਹੜੇ ਲਿਖੇ ਹੋਏ ਨੇ ਸਥਾਨਾਂ ਦੇ ਇਹਨਾਂ ਨੂੰ ਜਦੋਂ ਅਸੀਂ ਇਕੱਠੇ ਕਰਕੇ ਲਿਖਾਂਗੇ ਤਾਂ ਇਹ ਸਾਡੇ ਕੋਲ ਸੰਖਿਆ ਦਾ ਰੂਪ ਲੈ ਲੈਣਗੇ। ਸਭ ਤੋਂ ਪਹਿਲਾਂ 5, ਫਿਰ 5 ਆਏਗਾ, ਫਿਰ ਸਾਡੇ ਕੋਲ 1 ਆਏਗਾ, ਫਿਰ 7 ਆਏਗਾ, ਫਿਰ 0 ਆਏਗਾ ਤੇ ਫਿਰ 3 ਆਏਗਾ। ਠੀਕ ਹੈ, ਇਹ ਸੰਖਿਆ ਸਾਡੇ ਕੋਲ ਕੀ ਬਣ ਜਾਏਗੀ 5,51,703। ਠੀਕ ਹੈ ਵਿਦਿਆਰਥੀਓ, ਇਸੇ ਢੰਗ ਦੇ ਨਾਲ ਅਸੀਂ ਦੂਸਰਾ, ਤੀਸਰਾ ਤੇ ਚੌਥਾ ਸਵਾਲ ਵੀ ਹੱਲ ਕਰਾਂਗੇ। ਹੁਣ ਜਲਦੀ ਨਾਲ ਤੁਸੀਂ ਦੂਸਰੇ ਸਵਾਲ ਦਾ ਆਨਸਰ ਦੱਸਣਾ ਹੈ ਕਿ ਦੂਸਰੇ ਸਵਾਲ ਦਾ ਉੱਤਰ ਜਿਹੜਾ ਸਾਡੇ ਕੋਲੋਂ ਕੀ ਹੋਵੇਗਾ। ਸ਼ਾਬਾਸ਼ ਬੱਚਿਓ। ਠੀਕ ਹੈ, ਕੁਝ ਵਿਦਿਆਰਥੀਆਂ ਨੇ ਲਿਖ ਲਿਆ ਹੋਏਗਾ ਇਹਦਾ ਆਨਸਰ। ਤਾਂ ਇਹ ਸਾਡੇ ਕੋਲ ਬਣੇਗਾ 3, 5, 5, 6, 5 ਤੇ 4 ਭਾਵ ਕਿ ਉਹ ਸੰਖਿਆ ਜਿਹਦੇ ਵਿੱਚ ਇਕਾਈ ਦਾ ਅੰਕ 4 ਹੈ, ਦਹਾਈ ਦਾ 5 ਹੈ, ਸੈਂਕੜੇ ਦਾ 6 ਹੈ, ਹਜ਼ਾਰ ਦਾ 5 ਹੈ, 10,000 ਦਾ 5 ਹੈ ਤੇ ਲੱਖ ਵਾਲਾ ਜਿਹੜਾ ਅੰਕ ਹੈ ਸਾਡੇ ਕੋਲੋਂ 3 ਹੈ, ਉਹ ਸਾਡੇ ਕੋਲ ਇਹ ਵਾਲੀ ਸੰਖਿਆ ਹੈ ਭਾਵ 3,55,654। ਠੀਕ ਹੈ ਵਿਦਿਆਰਥੀਓ, ਇਸੇ ਤਰ੍ਹਾਂ ਹੁਣ ਅਸੀਂ ਤੀਸਰਾ ਸਵਾਲ ਹੈ ਜਿਹੜਾ ਉਹਦੀ ਸੰਖਿਆ ਲਿਖਣੀ ਹੈ। ਸ਼ਾਬਾਸ਼, ਮੇਰੇ ਨਾਲ ਲਿਖਦੇ ਜਾਓ। ਸਭ ਤੋਂ ਪਹਿਲਾਂ 6, 8, 0, 8, 5, 0। ਠੀਕ ਹੈ ਵਿਦਿਆਰਥੀਓ, ਤਾਂ ਇਹ ਜਿਹੜੇ ਅੰਕਾਂ ਦੇ ਅੰਕ ਜਿਹੜੇ ਆ ਉਹ ਸਥਾਨ ਵਾਈਜ਼ ਲਿਖੇ ਹੋਏ ਨੇ। ਤਾਂ ਇਹਨਾਂ ਤੋਂ ਜਿਹੜੀ ਸੰਖਿਆ ਸਾਡੇ ਕੋਲ ਬਣੀ ਹੈ ਉਹ ਬਣੀ ਹੈ 6,80,850। ਸ਼ਾਬਾਸ਼, ਇਸ ਤੋਂ ਬਾਅਦ ਅਸੀਂ ਚੌਥੀ ਜਿਹੜੀ ਸੰਖਿਆ ਉਹ ਲਿਖਣੀ ਹੈ। ਚੌਥੀ ਸੰਖਿਆ ਦੇ ਵਿੱਚ ਇਕਾਈ ਦਾ ਅੰਕ ਜਿਹੜਾ ਸਾਡੇ ਕੋਲ ਉਹ 5 ਹੈ, ਦਹਾਈ ਦਾ ਅੰਕ ਸਾਡੇ ਕੋਲ 0 ਹੈ, ਸੈਂਕੜੇ ਦਾ ਅੰਕ ਵੀ 0 ਹੈ, ਹਜ਼ਾਰ ਅੰਕ ਸਾਡੇ ਕੋਲ 8 ਹੈ ਔਰ 10,000 ਵਾਲਾ ਅੰਕ ਸਾਡੇ ਕੋਲ 4 ਹੈ। ਤਾਂ ਇਹ ਅੰਕਾਂ ਨੂੰ ਦੇਖ ਕੇ ਜਿਹੜੀ ਸਾਡੇ ਕੋਲ ਸੰਖਿਆ ਬਣਦੀ ਹੈ ਉਹ ਕੀ ਬਣਦੀ ਹੈ 48,005। ਠੀਕ ਹੈ ਨਾ, 48,005 ਜਿਹੜੀ ਸਾਡੇ ਕੋਲ ਸੰਖਿਆ ਉਹ ਬਣ ਗਈ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਇਹ ਸੰਖਿਆ ਪਹਿਲਾਂ ਬਣਾ ਲਈ ਹੋਵੇਗੀ, ਮੈਨੂੰ ਪੂਰੀ ਉਮੀਦ ਹੈ। ਠੀਕ ਹੈ, ਇਸ ਤੋਂ ਬਾਅਦ 5ਵਾਂ ਸਵਾਲ ਸਾਡੇ ਕੋਲ ਜਿਹੜਾ ਹੈ ਇਹਦੇ ਵਿੱਚ ਸਾਡੇ ਕੋਲ ਸੰਖਿਆ ਦਿੱਤੀ ਗਈ ਹੈ। ਸੰਖਿਆ ਦੇ ਵਿੱਚੋਂ ਇਕਾਈ, ਦਹਾਈ, ਸੈਂਕੜੇ ਦੇ ਅੰਕ ਦੇਖ ਕੇ ਉਹ ਅਸੀਂ ਇਹਨਾਂ ਖਾਨਿਆਂ ਦੇ ਵਿੱਚ, ਖਾਲੀ ਖਾਨਿਆਂ ਦੇ ਵਿੱਚ ਭਰਨੇ ਨੇ। ਠੀਕ ਹੈ ਵਿਦਿਆਰਥੀਓ, ਤਾਂ ਸਭ ਤੋਂ ਪਹਿਲਾਂ ਇਕਾਈ ਦਾ ਅੰਕ ਇਸ ਸੰਖਿਆ ਦਾ ਕੀ ਹੈ? ਵੈਰੀ ਗੁੱਡ, 6। ਦਹਾਈ ਦਾ ਅੰਕ ਕੀ ਹੈ? 5। ਸ਼ਾਬਾਸ਼। ਸੈਂਕੜੇ ਦਾ ਅੰਕ 0। ਇਸੇ ਤਰ੍ਹਾਂ ਹਜ਼ਾਰ ਦਾ 9 ਤੇ 10,000 ਵਾਲਾ ਅੰਕ ਸਾਡੇ ਕੋਲ ਕੀ ਹੈ? 4। ਠੀਕ ਹੈ ਵਿਦਿਆਰਥੀਓ, ਤਾਂ ਇਹ ਜਿਹੜੀ 49,056 ਸੰਖਿਆ ਸੀ ਇਹਦੇ ਤੋਂ ਅਸੀਂ ਇਹਦੇ ਇਕਾਈ, ਦਹਾਈ, ਸੈਂਕੜੇ, ਹਜ਼ਾਰ, 10,000 ਦੇ ਅੰਕ ਜਿਹੜੇ ਉਹ ਲੈ ਕੇ ਉਹ ਇਹ ਖਾਨਿਆਂ ਨੂੰ ਸਾਰਿਆਂ ਨੂੰ ਆਪਾਂ ਭਰ ਦਿੱਤਾ ਹੈ। ਇਸੇ ਤਰ੍ਹਾਂ 6ਵੇਂ ਤੇ 7ਵੇਂ ਸਵਾਲ ਨੂੰ ਵੀ ਤੁਸੀਂ ਹੱਲ ਕਰਨਾ ਹੈ ਜਲਦੀ। ਸ਼ਾਬਾਸ਼। ਇਕਾਈ ਦਾ ਅੰਕ ਸਾਡੇ ਕੋਲ ਇਹਦੇ 'ਚ ਹੈ 6, ਦਹਾਈ ਦਾ ਅੰਕ 0 ਹੈ, ਸੈਂਕੜੇ ਦਾ ਅੰਕ ਵੀ 0 ਹੈ, ਹਜ਼ਾਰ ਦਾ ਅੰਕ ਸਾਡੇ ਕੋਲ 9 ਹੈ, 10,000 ਦਾ 5 ਹੈ ਤੇ ਲੱਖ ਦਾ ਅੰਕ ਸਾਡੇ ਕੋਲ ਕੀ ਹੈ?
4। ਵੈਰੀ ਗੁੱਡ, ਸ਼ਾਬਾਸ਼। ਇਸੇ ਤਰ੍ਹਾਂ ਦੂਜੇ ਦਾ ਸਾਡੇ ਕੋਲ ਹੁਣ ਦੂਜੇ ਸਵਾਲ ਦਾ, ਦੂਜੇ ਪ੍ਰਸ਼ਨ ਦਾ 7ਵਾਂ ਪਾਰਟ ਜਿਹੜਾ ਆਖਰੀ ਪਾਰਟ ਹੈ ਉਹ ਅਸੀਂ ਲਿਖਾਂਗੇ। ਹਾਂਜੀ, ਇਕਾਈ ਦਾ ਅੰਕ ਸਾਡੇ ਕੋਲ ਇਹਦੇ 'ਚ 1 ਆਏਗਾ, ਸ਼ਾਬਾਸ਼। ਦਹਾਈ ਦਾ ਅੰਕ ਸਾਡੇ ਕੋਲ 0 ਹੈ, ਸੈਂਕੜੇ ਦਾ ਅੰਕ ਵੀ ਸਾਡੇ ਕੋਲ 0 ਹੈ, 1000 ਦਾ ਅੰਕ ਵੀ ਸਾਡੇ ਕੋਲ 0 ਹੈ, 10,000 ਦਾ ਅੰਕ 9 ਹੈ ਤੇ ਲੱਖ ਵਾਲਾ ਅੰਕ ਸਾਡੇ ਕੋਲ ਇਹਦੇ ਵਿੱਚ 6 ਹੈ। ਇਕਾਈ, ਦਹਾਈ, ਸੈਂਕੜਾ, 1000, 10,000, ਲੱਖ। तो ये संख्या ਸਾਡੇ ਕੋਲ ਵੈਸੇ ਕੀ ਬਣਦੀ ਹੈ 6,90,001। ठीक है, इसी तरह ये संख्या ਸਾਡੇ ਕੋਲ 4,59,006 ਸੀ और ये संख्या 49,056 ਸੀ। ਸੋ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਹੁਣ ਤੱਕ ਦੇ ਵਿੱਚ ਵੀਡੀਓ ਦੇ ਵਿੱਚ ਲੈਸਨ ਵਿੱਚ ਜੋ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਨੇ ਉਹਦੇ 'ਚ ਸਵਾਲ ਦੂਜਾ ਤੇ ਸਵਾਲ ਪਹਿਲਾ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ ਹੋਵੇਗਾ ਤੇ ਆਪਣੀਆਂ ਕਾਪੀਜ਼ ਤੇ ਨੋਟ ਵੀ ਕਰ ਲਿਆ ਹੋਵੇਗਾ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਹੁਣ ਅਸੀਂ ਸਵਾਲ ਤੀਜਾ ਜਿਹੜਾ ਇਸ ਵਰਕਸ਼ੀਟ ਦਾ ਹੈ ਉਹ ਅਸੀਂ ਦੇਖਾਂਗੇ, ਉਹ ਕਰਾਂਗੇ। ਸੋ ਵਿਦਿਆਰਥੀਓ, ਪਿਆਰੇ ਬੱਚਿਓ, ਅਸੀਂ ਕਰ ਰਹੇ ਹਾਂ ਵਰਕਸ਼ੀਟ 1 ਮੌਲਿਕ ਸੰਕਰਿਆਵਾਂ ਬੇਸਿਕ ਆਪਰੇਸ਼ਨਸ ਦੀ। ਠੀਕ ਹੈ, ਬੇਸਿਕ ਆਪਰੇਸ਼ਨਸ ਜਿਹੜੇ ਸਾਡੇ ਕੋਲ ਜੋੜ, ਘਟਾਓ, ਗੁਣਾ ਤੇ ਭਾਗ ਹੁੰਦੇ ਨੇ ਗਣਿਤ ਦੇ ਵਿੱਚ। ਠੀਕ ਹੈ, ਤਾਂ ਆਓ ਦੇਖਦੇ ਹਾਂ ਇਸ ਤੋਂ ਬਾਅਦ ਹੁਣ 2 ਸਵਾਲਾਂ ਤੋਂ ਬਾਅਦ ਤੀਜਾ ਜਿਹੜਾ ਸਵਾਲ ਹੈ ਇਸ ਵਰਕਸ਼ੀਟ ਦਾ ਉਹ ਸਾਡੇ ਕੋਲ ਕੀ ਹੈ। ਪ੍ਰਸ਼ਨ 3 ਦਾ ਪਹਿਲਾ ਪਾਰਟ, ਵੱਖ-ਵੱਖ ਚੱਕਰਾਂ ਵਿੱਚ ਲੱਗੀਆਂ ਬਿੰਦੀਆਂ ਅਨੁਸਾਰ ਸੰਖਿਆ ਬਣਾਓ ਅਤੇ ਲਿਖੋ। ਠੀਕ ਹੈ, ਇਹ ਸਾਡੇ ਸਾਹਮਣੇ ਇੱਕ ਬਹੁਤ ਸਾਰੇ ਸਮਕੇਂਦਰੀ ਜਿਨ੍ਹਾਂ ਦਾ ਭਾਵ ਕੇਂਦਰ 1 ਹੈ ਇਹੋ ਜਿਹੇ ਚੱਕਰ ਦਿੱਤੇ ਹੋਏ ਨੇ। ਸਭ ਤੋਂ ਪਹਿਲਾਂ ਛੋਟਾ, ਉਸ ਤੋਂ ਬਾਅਦ ਵੱਡਾ, ਫਿਰ ਵੱਡਾ, ਫਿਰ ਵੱਡਾ, ਇਸੇ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਚੱਕਰ ਜਿਹੜੇ ਹੈ ਉਹ ਦਿੱਤੇ ਗਏ ਨੇ। ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਇਹ ਚੱਕਰ ਸਾਨੂੰ ਕੀ ਚੀਜ਼ਾਂ ਨੂੰ ਦਰਸਾ ਰਹੇ ਨੇ, ਕਿਉਂਕਿ ਪ੍ਰਸ਼ਨ ਦੇ ਵਿੱਚ ਇਹ ਲਿਖਿਆ ਹੈ ਕਿ ਇਸ ਚੱਕਰਾਂ ਦੇ ਵਿੱਚ ਲੱਗੀਆਂ ਬਿੰਦੀਆਂ ਨੂੰ ਦੇਖ ਕੇ ਬਿੰਦੀਆਂ ਦੇ ਅਨੁਸਾਰ ਸੰਖਿਆ ਬਣਾਓ ਅਤੇ ਲਿਖੋ। ਸੰਖਿਆ ਅਸੀਂ ਇਹਦੇ ਵਿੱਚ ਦੇਖਣਾ ਹੈ ਕਿ ਇਸ ਚੱਕਰ ਦੇ ਵਿੱਚ ਜਿਹੜੇ ਬਿੰਦੀਆਂ ਦਿੱਤੀਆਂ ਗਈਆਂ ਨੇ ਉਹ ਕਿਸ ਸੰਖਿਆ ਨੂੰ ਦਰਸਾਉਂਦੀਆਂ ਨੇ। ਉਹ ਸੰਖਿਆ ਅਸੀਂ ਇੱਥੇ ਲਿਖਾਂਗੇ ਤੇ ਫਿਰ ਉਸ ਸੰਖਿਆ ਨੂੰ ਸ਼ਬਦਾਂ ਦੇ ਵਿੱਚ ਵੀ ਲਿਖਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਚੱਕਰ ਨੇ ਉਹ ਕਿਸ ਚੀਜ਼ ਨੂੰ ਦਰਸਾਉਂਦੇ ਨੇ। ਸਭ ਤੋਂ ਛੋਟਾ ਚੱਕਰ ਤੁਸੀਂ ਦੇਖ ਸਕਦੇ ਹੋ ਜਿਹੜਾ ਸਭ ਤੋਂ ਅੰਦਰ ਹੈ, ਇਹਦੇ ਵਿੱਚ ਕੋਈ ਵੀ ਬਿੰਦੀ ਨਹੀਂ ਹੈ ਔਰ ਇਹ ਸਾਡੇ ਕੋਲ ਇਕਾਈ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਦੂਸਰਾ ਚੱਕਰ ਜਿਹੜਾ ਇਸ ਦੇ ਬਾਹਰ ਹੈ ਉਹ ਸਾਡੇ ਕੋਲ ਦਹਾਈ ਨੂੰ ਦਰਸਾਉਂਦਾ ਹੈ ਅਤੇ ਇਹਦੇ ਵਿੱਚ ਸਾਡੇ ਕੋਲ ਕੁੱਲ 4 ਬਿੰਦੀਆਂ ਹਨ। ਇਸ ਤੋਂ ਬਾਅਦ ਵਾਲਾ ਜਿਹੜਾ ਚੱਕਰ ਹੈ ਉਹ ਸੈਂਕੜੇ ਨੂੰ ਦਰਸਾਉਂਦਾ ਹੈ, ਇਸ ਦੇ ਵਿੱਚ ਸਾਡੇ ਕੋਲ 3 ਬਿੰਦੀਆਂ ਹਨ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਚੱਕਰ ਹੈ ਉਹ 1000 ਨੂੰ ਦਰਸਾਉਂਦਾ ਹੈ, ਇਹਦੇ ਵਿੱਚ 3 ਬਿੰਦੀਆਂ ਹਨ। ਉਸ ਤੋਂ ਬਾਅਦ ਵਾਲਾ ਜਿਹੜਾ ਚੱਕਰ ਹੈ ਉਹ 10,000 ਨੂੰ ਦਰਸਾਉਂਦਾ ਹੈ ਔਰ ਇਹਦੇ ਵਿੱਚ 5 ਬਿੰਦੀਆਂ ਹਨ। ਔਰ ਸਭ ਤੋਂ ਬਾਹਰ ਵਾਲਾ ਜਿਹੜਾ ਸਭ ਤੋਂ ਵੱਡਾ ਚੱਕਰ ਹੈ ਉਹ ਲੱਖ ਨੂੰ ਦਰਸਾਉਂਦਾ ਹੈ ਅਤੇ ਇਹਦੇ ਵਿੱਚ 3 ਬਿੰਦੀਆਂ ਸਾਨੂੰ ਦਿੱਤੀਆਂ ਗਈਆਂ ਹਨ। ਠੀਕ ਹੈ ਵਿਦਿਆਰਥੀਓ, ਸੋ ਵਿਦਿਆਰਥੀਓ ਆਓ ਦੇਖਦੇ ਹਾਂ ਕਿਵੇਂ ਅਸੀਂ ਇਹਦੇ ਵਿੱਚੋਂ ਸੰਖਿਆ ਨੂੰ ਲੱਭਣਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ ਲੱਖ, ਆਪਾਂ ਸਭ ਤੋਂ ਬਾਹਰ ਜਿਹੜਾ ਚੱਕਰ ਹੈ ਇਹਦੇ ਤੋਂ ਸ਼ੁਰੂ ਕਰਾਂਗੇ। 1 ਲੱਖ ਦੇ ਵਿੱਚ ਸਾਡੇ ਕੋਲ ਜਿਹੜੀ ਬਿੰਦੀਆਂ ਦੀ ਗਿਣਤੀ 3 ਹੈ, ਭਾਵ ਅਸੀਂ 3 ਗੁਣਾ 1 ਲੱਖ ਲਿਖਾਂਗੇ। ਠੀਕ ਹੈ, 1 ਲੱਖ ਦਾ ਮਤਲਬ ਸਾਨੂੰ ਪਤਾ 1 ਦੇ ਨਾਲ 5 ਜ਼ੀਰੋਆਂ ਹੁੰਦੀਆਂ ਨੇ। ਇਸ ਤੋਂ ਬਾਅਦ 10,000 ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 5 ਬਿੰਦੀਆਂ ਨੇ, ਤਾਂ ਅਸੀਂ 5 ਗੁਣਾ 10,000 ਲਿਖਾਂਗੇ। ਇਸ ਤੋਂ ਬਾਅਦ 1000 ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 3 ਬਿੰਦੀਆਂ ਨੇ, ਤਾਂ ਅਸੀਂ 3 ਗੁਣਾ 1000 ਲਿਖਾਂਗੇ। ਇਸ ਤੋਂ ਬਾਅਦ ਸੈਂਕੜੇ ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 3 ਬਿੰਦੀਆਂ ਨੇ, ਤਾਂ 3 ਗੁਣਾ ਸੈਂਕੜਾ ਭਾਵ 100 ਲਿਖਾਂਗੇ। ਠੀਕ ਹੈ, ਇਸ ਤੋਂ ਬਾਅਦ ਦਹਾਈ ਵਾਲੇ ਚੱਕਰ ਦੇ ਵਿੱਚ ਸਾਡੇ ਕੋਲ 4 ਬਿੰਦੀਆਂ ਨੇ, ਇਹਨੂੰ ਅਸੀਂ 4 ਗੁਣਾ 10 ਲਿਖਾਂਗੇ। ਦਹਾਈ ਦਾ ਭਾਵ ਸਾਡੇ ਕੋਲ 10 ਹੁੰਦਾ ਔਰ ਇਕਾਈ ਦੇ ਵਿੱਚ ਸਾਡੇ ਕੋਲ ਕੋਈ ਵੀ ਬਿੰਦੀ ਨਹੀਂ ਹੈ, ਤਾਂ ਇਹਨੂੰ ਅਸੀਂ 0 ਗੁਣਾ 1 ਜਿਹੜਾ ਹੈ ਉਹ ਲਿਖ ਲਵਾਂਗੇ। ਠੀਕ ਹੈ ਵਿਦਿਆਰਥੀਓ, ਤਾਂ ਹੁਣ ਅਸੀਂ ਦੇਖਦੇ ਹਾਂ 3 ਗੁਣਾ ਲੱਖ ਤੋਂ ਸਾਡੇ ਕੋਲ ਕੀ ਸੰਖਿਆ ਬਣੇਗੀ 3 ਲੱਖ। ਇਸੇ ਤਰ੍ਹਾਂ 10,000 ਗੁਣਾ 5 ਤੋਂ ਸਾਡੇ ਕੋਲ ਕੀ ਸੰਖਿਆ ਬਣੇਗੀ 50,000। ਇਸੇ ਤਰ੍ਹਾਂ 1000 ਗੁਣਾ 3 ਤੋਂ ਸਾਡੇ ਕੋਲ ਕੀ ਸੰਖਿਆ ਬਣੇਗੀ 3000। ਇਸੇ ਤਰ੍ਹਾਂ 100 ਗੁਣਾ 3 ਤੋਂ ਸਾਡੇ ਕੋਲ ਸੰਖਿਆ ਬਣੇਗੀ 300। 10 ਗੁਣਾ 4 ਤੋਂ ਸਾਡੇ ਕੋਲ ਸੰਖਿਆ ਬਣੇਗੀ 40 ਅਤੇ 1 ਗੁਣਾ 0 ਤੋਂ ਸਾਡੇ ਕੋਲ ਸੰਖਿਆ ਬਣੇਗੀ 0। ਹੁਣ ਇਹ ਸਾਰੀਆਂ ਸੰਖਿਆਵਾਂ ਦਾ ਅਸੀਂ ਕੀ ਕਰਾਂਗੇ ਜੋੜ ਕਰ ਲਵਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇੱਥੇ 0 ਆ ਜਾਏਗਾ, ਤਾਂ ਇਸ ਤੋਂ ਬਾਅਦ ਅੱਗੇ ਸਾਡੇ ਕੋਲ 4 ਆ ਜਾਏਗਾ, ਫਿਰ ਸਾਡੇ ਕੋਲ 3 ਆ ਜਾਏਗਾ,
फिर इस लाइन दे विच साडे कोल सिर्फ 3 है, तो 5 जमा 0 5 बन जाएगा और ये साडे कोल 3 बन जाएगा। ठीक है विद्यार्थियों, तो इत्थे असीं जिहड़ा अपना उत्तर है वो लिख देंगे। तो ये संख्या साडे कोल की बनती है 3,53,340। 3,53,340। ठीक है विद्यार्थियों, तो ये साडे कोल तीजे का उत्तर जिहड़ा है वो प्राप्त हो गया है। प्यारे बच्चों, इस तो बाद चौथा सवाल साडे कोल इस वर्कशीट का असीं देख सकते हाँ। अंकां 2 0 1 5 6 नाल 5 अंकां दी वड्डी तो वड्डी अते छोटी तो छोटी संख्या बनाओ अते संख्या नूं शब्दां दे विच लिखो। ठीक है जी, तो वड्डी तो वड्डी ते छोटी तो छोटी संख्या बनाउणी ते संख्या नूं शब्दां दे विच लिखना, ये तुसीं 5वीं क्लास दे विच बहुत चंगी तरह पढ़ के आए हो। ठीक है विद्यार्थियों, तो मैनूं लगदा बड़ी आसानी नाल मेरे तो भी पहलां तुसीं इस सवाल नूं हल कर लवोगे। तो सब तो पहलां असीं लिखदे हां वड्डी तो वड्डी संख्या। तो सानूं ये पता है ਜਦੋਂ ਅਸੀਂ ਵੱਡੀ ਤੋਂ ਵੱਡੀ 5 ਅੰਕਾਂ ਦੀ ਸੰਖਿਆ ਲਿਖਣੀ ਹੈ ਤਾਂ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਵੱਡਾ ਅੰਕ ਹੈ ਇਹਦੇ ਵਿੱਚੋਂ ਉਹ ਲਿਖਾਂਗੇ, ਉਸ ਤੋਂ ਬਾਅਦ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ ਘਟਦੇ ਕ੍ਰਮ ਵਿੱਚ ਅਸੀਂ ਅੰਕਾਂ ਨੂੰ ਲਿਖਾਂਗੇ। ਠੀਕ ਹੈ, ਤੋਂ ਵੱਡੀ ਸੰਖਿਆ ਲਿਖਣ ਲਈ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸੰਖਿਆ ਹੈ ਉਹ ਸਾਡੇ ਕੋਲ ਕਿੰਨੀ ਹੈ 6। ਵੈਰੀ ਗੁੱਡ। 6 ਤੋਂ ਬਾਅਦ ਦੂਜੀ ਜਿਹੜੀ ਵੱਡੀ ਸੰਖਿਆ ਹੈ ਸਾਡੇ ਕੋਲ ਜਿਹੜੀ 6 ਤੋਂ ਛੋਟੀ ਹੈ ਪਰ ਬਾਕੀ ਸੰਖਿਆਵਾਂ ਤੋਂ ਵੱਡੀ ਹੈ, ਬਾਕੀ ਅੰਕਾਂ ਤੋਂ ਵੱਡੀ ਹੈ, ਉਹ ਸਾਡੇ ਕੋਲ 5 ਹੈ। 5 ਤੋਂ ਬਾਅਦ ਸੰਖਿਆ ਜਿਹੜੀ 5 ਤੋਂ ਛੋਟੀ ਹੈ ਪਰ ਬਾਕੀ ਬਚਦੀਆਂ ਤੋਂ ਵੱਡੀ ਹੈ, ਉਹ ਸਾਡੇ ਕੋਲ 2 ਹੈ। 2 ਤੋਂ ਛੋਟੀ ਸੰਖਿਆ ਸਾਡੇ ਕੋਲ 1 ਹੈ ਤੇ 1 ਤੋਂ ਛੋਟੀ ਸੰਖਿਆ ਸਾਡੇ ਕੋਲ 0 ਹੈ। ਠੀਕ ਹੈ ਵਿਦਿਆਰਥੀਓ, ਸਭ ਤੋਂ ਵੱਡੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ ਤੇ ਅਖੀਰ ਦੇ ਵਿੱਚ ਸਭ ਤੋਂ ਛੋਟਾ ਜਿਹੜਾ ਅੰਕ ਸੀ ਉਹ ਅਸੀਂ ਇੱਥੇ ਲਿਖ ਲਿਆ ਹੈ। ਤਾਂ ਇਹਨੂੰ ਹੁਣ ਅਸੀਂ ਸ਼ਬਦਾਂ ਦੇ ਵਿੱਚ ਲਿਖਾਂਗੇ। ਸ਼ਬਦਾਂ ਦੇ ਵਿੱਚ ਸੰਖਿਆ ਨੂੰ ਲਿਖਣ ਵਾਸਤੇ ਅਸੀਂ ਦੇਖਦੇ ਹਾਂ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। ਤਾਂ ਇਹ ਸਾਡੇ ਕੋਲ 65,210 ਬਣੇਗਾ। ਸੋ ਇਹ ਸਾਡੇ ਕੋਲ 65,210 ਸੰਖਿਆ ਬਣ ਜਾਏਗੀ। ਠੀਕ ਹੈ ਜੀ, 65,210। ਇਸ ਤੋਂ ਬਾਅਦ ਅਸੀਂ ਇਹਨਾਂ ਹੀ ਅੰਕਾਂ ਨੂੰ ਵਰਤ ਕੇ ਛੋਟੀ ਤੋਂ ਛੋਟੀ 5 ਅੰਕਾਂ ਦੀ ਜਿਹੜੀ ਸੰਖਿਆ ਹੈ ਉਹ ਬਣਾਉਣੀ ਹੈ। ਠੀਕ ਹੈ ਵਿਦਿਆਰਥੀਓ, ਤਾਂ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਜਦੋਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੋਵੇ ਇਹਦਾ ਮਤਲਬ ਸਾਨੂੰ ਸਭ ਤੋਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਲਿਖਣੀ ਪਏਗੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ। ਭਾਵ ਸਭ ਤੋਂ ਪਹਿਲਾਂ ਛੋਟਾ ਅੰਕ ਜਿਹੜਾ ਇਹਨਾਂ ਪੰਜਾਂ ਦੇ ਵਿੱਚੋਂ ਹੈ, ਫਿਰ ਉਸ ਤੋਂ ਵੱਡਾ, ਉਸ ਤੋਂ ਵੱਡਾ, ਉਸ ਤੋਂ ਵੱਡਾ ਅੰਕ ਜਿਹੜਾ ਆਪਾਂ ਨੂੰ ਉਹ ਲਿਖਣਾ ਪਏਗਾ। तो ਆਪਾਂ ਕੋਸ਼ਿਸ਼ ਕਰਦੇ ਹਾਂ ਪਹਿਲਾਂ। ਠੀਕ ਹੈ, ਦੇਖਦੇ ਹਾਂ ਫਿਰ ਉਹ ਸਾਡੇ ਕੋਲ ਸਹੀ ਸੰਖਿਆ ਲਿਖੀ ਜਾਂਦੀ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚੋਂ ਪਹਿਲਾ ਅੰਕ ਜਿਹੜਾ 0 ਲਿਖ ਲਾਂਗੇ, ਉਸ ਤੋਂ ਬਾਅਦ ਦੂਜਾ ਅੰਕ ਜਿਹੜਾ ਹੈ ਉਹ 1 ਲਿਖ ਲਾਂਗੇ, ਫਿਰ ਉਸ ਤੋਂ ਬਾਅਦ 2 ਲਿਖ ਲਾਂਗੇ, ਫਿਰ ਉਸ ਤੋਂ ਵੱਡਾ ਅੰਕ ਸਾਡੇ ਕੋਲ 5 ਹੈ, ਫਿਰ ਉਸ ਤੋਂ ਵੱਡਾ ਅੰਕ ਸਾਡੇ ਕੋਲ 6 ਹੈ। ਤਾਂ ਇਹ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਵਿਦਿਆਰਥੀਓ ਜਿਹੜੀ ਸਭ ਤੋਂ ਅੱਗੇ 0 ਲਿਖੀ ਹੈ ਇਹਨੂੰ ਤਾਂ ਅਸੀਂ ਛੱਡ ਸਕਦੇ ਹਾਂ, ਇਹਨੂੰ ਤਾਂ ਅਸੀਂ ਗਿਣਦੇ ਹੀ ਨਹੀਂ। ਠੀਕ ਹੈ, ਤਾਂ ਇਹ ਤਾਂ ਸਾਡੇ ਕੋਲ ਸਿਰਫ 4 ਅੰਕਾਂ ਦੀ ਸੰਖਿਆ ਬਚ ਗਈ ਹੈ, ਭਾਵ 1256 ਹੈ ਨਾ, 1256 ਸਾਡੇ ਕੋਲੇ ਬਚ ਗਈ ਹੈ। ਤਾਂ ਇਹਦਾ ਮਤਲਬ ਹਲੇ ਇਹ ਅਸੀਂ 5 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਜਿਹੜੀ ਆ ਉਹ ਨਹੀਂ ਲਿਖ ਪਾਏ। ਇਹ ਸੰਖਿਆ ਸਾਡੇ ਕੋਲ 4 ਅੰਕਾਂ ਦੀ ਸੰਖਿਆ ਬਣਦੀ ਹੈ। ਠੀਕ ਹੈ, तो 5 अंकों की संख्या लिखण दे लई की करना पेगा सानू, जिहड़ा सब तो पहला अंक है ये 0 नहीं हो सकता, ये साडे कोल 0 तो सिवा कोई होर अंक होना चाहिए है। तो ये जिहड़ा सब तो पहला 0 ते 1 है, असी इन्हां दा स्थान जिहड़ा है वो बदल देंगे। स्थान बदलण दे नाल साडे कोल नवीं संख्या जिहड़ी है वो की बनेगी, 1 जिहड़ा पहला आ जाएगा, फिर उस तो बाद 0 आ जाएगा, फिर उस तो बाद 2 आ जाएगा, फिर उस तो बाद 5 ते उस तो बाद 6। हुण ये ठीक है, हुण ये संख्या साडे कोल 1 तो शुरू हुंदी है ते 5 अंकां दी संख्या है। इस नूं असीं कट कर दिंदे हां। ये साडा
ਪਹਿਲਾ ਜਿਹੜੀ ਕੋਸ਼ਿਸ਼ ਸੀ ਉਹ ਸਫਲ ਨਹੀਂ ਹੋਈ ਸੀ। ਠੀਕ ਹੈ ਵਿਦਿਆਰਥੀਓ, तो ये साडे कोल इन्हां ही अंकां नूं वरत के लिखी जा सकदी सब तो छोटी जिहड़ी संख्या वो है ये, और इनू असीं शब्दां दे विच लिखांगे इकाई, दहाई, सैकड़ा, हज़ार, दह हज़ार, 10,000। तो ये साडे कोल 10,256 बनदी है। 10,256। ठीक है, 10,256। ठीक है विद्यार्थियों, ये नाल ही साडे कोल चौथा सवाल जिहड़ा सी वो असीं हल कर लिया है। हुण इस तो बाद असीं पंजवां सवाल, पंजवें सवाल दे साडे कोल दो पार्ट ने, वो दोनों आपां हल करांगे। हाँ जी विद्यार्थियों, पंजवें दा जिहड़ा पहला भाग है साडे कोल वो है हेठां दित्तियां संख्यावां दी अगेतर संख्या लिखो। ठीक है विद्यार्थियों, सानू पता है, तुसीं जाणदे हो अगेतर संख्या नूं किवें लिखना हुंदा है आपां। वैरी गुड, मैनू उम्मीद है कि तुहानू पता है, फिर भी मैं इनू एक बार तुहानू जरूर दस देना हाँ कि जदों भी असी किसी भी संख्या का अगेतर लिखना होवे तां असी उहदे विच एक संख्या एक जोड़ देनी है तो सानू उस संख्या का अगेतर पता चल जाएगा। ठीक है, तो 73 49 दे विच आपां की करांगे, 73 49 दे विच असी एक नू जोड़ देंगे। संख्या एक जोड़न ते साडे कोल जो उत्तर प्राप्त होएगा वो की होएगा, वो होएगा 7350। तो ये ही साडे कोल जिहड़ा 7350 है, ये ही साडे कोल 7349 दा अगेतर संख्या है। ठीक है विद्यार्थियों, हुण असी दूजी जिहड़ी संख्या है इहदा अगेतर लिखना है। शाबाश विद्यार्थियों, दसो सब तो पहला इहदा की अगेतर होएगा, देखते हैं कौन पहला करदा है। इस संख्या का अगेतर पता करने लई असी इहदे विच भी संख्या एक नूं जोड़ देंगे तो ये साडे कोल ये संख्या बन जाएगी। इनू असी देखते हैं इकाई, दहाई, सैकड़ा, हज़ार, 10,000, लख। ये संख्या साडे कोल 1 लाख है, एक दे नाल 5 जीरोआं ने, इहदे विच जदों असी एक जोड़िया तो ये साडे कोल 1 लाख एक बन जाता है। ठीक है विद्यार्थियों, इसी तरह 65,979 ते 63,000 की अगेतर संख्या भी तुसी अपने आप पता करनी है। संख्यावां तुसी नोट कर लैणियां हन और इन्हां दे विच एक जोड़न तो बाद देखना है कि इसका अगेतर की होएगा। हाँ जी, जल्दी विद्यार्थियों इन्हां दा हल करके तुसी दसना है। देखते हैं कौन सब तो पहला करदा है। वेरी गुड, तो इहदा साडे कोल आंसर आया 65,980। शाबाश, जिन्हां दा आंसर मैच कर गया है, मिल गया, उन्होंने बहुत शाबाश। इस तो बाद 63,000 का जिहड़ा अगेतर संख्या है वो साडे कोल 63,001 होएगी। बिल्कुल शाबाश, वेरी गुड। इस तो बाद पंजवें का जिहड़ा दूजा पार्ट है साडे कोल इस वर्कशीट का, वर्कशीट 1 का मौलिक संक्रियावां का आखिरी सवाल है साडे कोल, हेठ दित्तियां संख्यावां दी पिछेतर संख्या लिखो। ठीक है विद्यार्थियों, तो पिछेतर संख्या लिखण वास्ते असीं की करते हैं, अगेतर संख्या लिखण वास्ते तो असीं संख्या दे विच एक जोड़ दिंदे हां, तो पिछेतर संख्या लिखण दे लई असीं संख्या दे विच एक घटा दिंदे हां। ठीक है, तो 4400 दे विचों असीं एक माइनस करांगे, एक घटा देंगे तो ये मेरे कोल 4400 की पिछेतर संख्या बन जाएगी। देखते हैं 4400 दे विचों एक माइनस करन ते साडे कोल की आउंदा है, 0 दे विचों एक नहीं घटाया जा सकता, इस करके सानू इत्थों हासिल लेना पएगा। इत्थों असीं ले लांगे, इत्थे 3 बचेगा, इत्थे साडे कोल 10, 9 बच जाएगा और ये साडे कोल 10 आ जाएगा। 10 तो एक कढ़िया 9 आएगा, फिर 9 आएगा, फिर 3 आएगा तो फिर 4। वेरी गुड, तो 4400 का जिहड़ा पिछेतर संख्या है वो साडे कोल 4399 है, भाव 4399। ठीक है, इसी तरह 60,000 की जिहड़ी पिछेतर संख्या तुसीं पता करनी है वो साडे कोल की बनेगी, असीं 60,000 दे विचों एक घटा देंगे। तो ये साडे कोल जदों तुसीं चेक करोगे ये साडे कोल बनेगा 59,999। वेरी गुड, तो इस तो बाद 4020 दे विचों जदों असीं एक घटावांगे तो साडे कोल 4019 प्राप्त होवेगा, तो 4019 जिहड़ा है वो साडे कोल 4020 की पिछेतर संख्या है। इसी तरह सब तो अखीर दे विच साडे कोल 71,000 है, 71,000 की पिछेतर संख्या जदों असीं पता करांगे, भाव 71,000 दे विचों जदों असीं एक माइनस करांगे, -1, तो ये साडे कोल इत्थे 10 बनेगा, इत्थे 9 बन जाएगा, इत्थे 9 बन जाएगा और इत्थे साडे कोल 0 बन जाएगा। तो 10 दे विचों एक कढ़िया 9 आएगा, 9 आएगा, 9 आएगा, 0 आएगा तो
7 ਆਏਗਾ। ਠੀਕ ਹੈ, ਭਾਵ ਕਿ 71000 ਦੀ ਪਿਛੇਤਰ ਸੰਖਿਆ 70999 ਹੈ। ਠੀਕ ਹੈ ਵਿਦਿਆਰਥੀਓ, ਇਸ ਤੋਂ ਬਾਅਦ ਅਗਲੀ ਵਰਕਸ਼ੀਟ ਦੇ ਨਾਲ ਫਿਰ ਤੁਹਾਨੂੰ ਅਗਲੇ ਲੈਸਨ ਦੇ ਵਿੱਚ ਮਿਲਾਂਗੇ, ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਉਦੋਂ ਤੱਕ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ।